ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਧਾਰਮਿਕ ਨਗਰੀ ਕਾਸ਼ੀ ਵਿੱਚ ਪਰਮ ਸੰਤ ਮਹਾਨ ਤਿਆਗੀ ਗੁਰੂ ਰਵਿਦਾਸ ਜੀ ਰਹਿੰਦੇ ਸਨ। ਉਹ ਬਹੁਤ ਹੀ ਸਧਾਰਨ ਅਤੇ ਨਿਰਮਾਣ ਜੀਵਨ ਬਤੀਤ ਕਰਦੇ ਸਨ। ਗੁਰੂ ਜੀ ਜੁੱਤੀਆਂ ਬਣਾਉਣ ਅਤੇ ਗੰਢਣ ਦਾ ਕੰਮ ਕਰਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਆਪਣੀ ਹੱਥੀਂ ਕੀਤੀ ਕਿਰਤ ਹੀ ਸਭ ਤੋਂ ਪਵਿੱਤਰ ਹੈ। ਉਹ ਕਦੇ ਵੀ ਕਿਸੇ ਤੋਂ ਮੁਫਤ ਦੀ ਚੀਜ਼ ਨਹੀਂ ਲੈਂਦੇ ਸਨ। ਕੰਮ ਕਰਦੇ ਕਰਦੇ ਵੀ ਗੁਰੂ ਜੀ ਦਾ ਮਨ ਹਮੇਸ਼ਾ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦਾ ਸੀ। ਜੋ ਵੀ ਪੈਸੇ ਕਮਾਉਂਦੇ, ਉਸ ਵਿੱਚੋਂ ਅੱਧੇ ਪੈਸੇ ਉਹ ਸਾਧੂ ਸੰਤਾਂ ਅਤੇ ਗਰੀਬਾਂ ਦੀ ਮਦਦ ਤੇ ਖਰਚ ਕਰ ਦਿੰਦੇ। ਉਸ ਦੌਰ ਵਿੱਚ ਸਮਾਜ ਵਿੱਚ ਜਾਤ-ਪਾਤ ਅਤੇ ਊਚ-ਨੀਚ ਦਾ ਬਹੁਤ ਹੰਕਾਰ ਸੀ। ਲੋਕ ਗੁਰੂ ਜੀ ਨੂੰ ਉਹਨਾਂ ਦੀ ਜਾਤ ਕਰਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ, ਪਰ ਗੁਰੂ ਜੀ ਸਭ ਨੂੰ ਇੱਕੋ ਪਰਮਾਤਮਾ ਦੇ ਬੱਚੇ ਮੰਨਦੇ ਸਨ। ਇੱਕ ਦਿਨ ਕਾਸ਼ੀ ਦਾ ਇੱਕ ਵੱਡਾ ਪੰਡਿਤ ਗੁਰੂ ਜੀ ਕੋਲ ਆਇਆ। ਉਸਨੇ ਗੰਗਾ ਇਸ਼ਨਾਨ ਕਰਨ ਜਾਣਾ ਸੀ। ਉਸਨੇ ਗੁਰੂ ਜੀ ਨੂੰ ਬੜੇ ਹੰਕਾਰ ਨਾਲ ਆਪਣੀ ਜੁੱਤੀ ਗੰਢਣ ਲਈ ਕਿਹਾ। ਗੁਰੂ ਰਵਿਦਾਸ ਜੀ ਨੇ ਬਿਨਾਂ ਕਿਸੇ ਭੇਦਭਾਵ ਦੇ ਬੜੀ ਰੀਝ ਅਤੇ ਮਿਹਨਤ ਨਾਲ ਉਸ ਪੰਡਿਤ ਦੀ ਜੁੱਤੀ ਨੂੰ ਬਿਲਕੁਲ ਨਵਾਂ ਵਰਗਾ ਬਣਾ ਦਿੱਤਾ। ਜਦੋਂ ਪੰਡਿਤ ਨੇ ਪੈਸੇ ਦਿੱਤੇ ਤਾਂ ਗੁਰੂ ਜੀ ਨੇ ਸਿਰਫ ਆਪਣੀ ਹੱਕ ਦੀ ਕਮਾਈ ਰੱਖੀ। ਪੰਡਿਤ ਨੇ ਕਿਹਾ, ਮੈਂ ਗੰਗਾ ਇਸ਼ਨਾਨ ਕਰਨ ਜਾ ਰਿਹਾ ਹਾਂ, ਤੂੰ ਵੀ ਕੁਝ ਭੇਟਾ ਦੇਣੀ। ਗੁਰੂ ਜੀ ਨੇ ਆਪਣੀ ਕਮਾਈ ਵਿੱਚੋਂ ਇੱਕ ਦਮੜੀ ਕੱਢੀ ਅਤੇ ਕਿਹਾ, ਪੰਡਿਤ ਜੀ, ਇਹ ਮੇਰੀ ਭੇਟਾ ਮਾਂ ਗੰਗਾ ਨੂੰ ਦੇ ਦੇਣਾ, ਪਰ ਇੱਕ ਸ਼ਰਤ ਹੈ। ਇਹ ਭੇਟਾ ਉਦੋਂ ਹੀ ਦੇਣੀ ਜਦੋਂ ਮਾਂ ਗੰਗਾ ਖੁਦ ਆਪਣਾ ਹੱਥ ਬਾਹਰ ਕੱਢ ਕੇ ਇਸ ਨੂੰ ਸਵੀਕਾਰ ਕਰੇ। ਪੰਡਿਤ ਨੇ ਮਨ ਵਿੱਚ ਸੋਚਿਆ, ਇਹ ਕਿਹੜਾ ਪਾਗਲਪਨ ਹੈ? ਗੰਗਾ ਨਦੀ ਕਦੇ ਹੱਥ ਬਾਹਰ ਕੱਢ ਕੇ ਪੈਸੇ ਲੈਂਦੀ ਹੈ? ਉਹ ਹੱਸਦਾ ਹੋਇਆ ਗੰਗਾ ਕਿਨਾਰੇ ਵੱਲ ਤੁਰ ਪਿਆ। ਗੰਗਾ ਇਸ਼ਨਾਨ ਕਰਨ ਤੋਂ ਬਾਅਦ ਪੰਡਿਤ ਨੇ ਮਜ਼ਾਕ ਵਿੱਚ ਹੀ ਗੰਗਾ ਨਦੀ ਅੱਗੇ ਹੱਥ ਜੋੜੇ ਅਤੇ ਕਿਹਾ, ਹੇ ਮਾਂ ਗੰਗਾ, ਰਵਿਦਾਸ ਚਮਾਰ ਨੇ ਇਹ ਦਮੜੀ ਭੇਜੀ ਹੈ, ਜੇ ਲੈਣੀ ਹੈ ਤਾਂ ਹੱਥ ਬਾਹਰ ਕੱਢੋ। ਦੇਖਦੇ ਹੀ ਦੇਖਦੇ ਇੱਕ ਅਦਭੁਤ ਚਮਤਕਾਰ ਹੋਇਆ। ਪਾਣੀ ਵਿੱਚੋਂ ਇੱਕ ਸੁਨਹਿਰੀ ਹੱਥ ਬਾਹਰ ਨਿਕਲਿਆ ਅਤੇ ਪੰਡਿਤ ਦੇ ਹੱਥੋਂ ਉਹ ਦਮੜੀ ਸਵੀਕਾਰ ਕਰ ਲਈ। ਇਹ ਦੇਖ ਕੇ ਪੰਡਿਤ ਦੇ ਹੋਸ਼ ਉੱਡ ਗਏ। ਮਾਂ ਗੰਗਾ ਨੇ ਉਸ ਦਮੜੀ ਦੇ ਬਦਲੇ ਪੰਡਿਤ ਨੂੰ ਇੱਕ ਬੇਸ਼ੀਮਤੀ ਸੋਨੇ ਦਾ ਕੰਗਣ ਦਿੱਤਾ ਅਤੇ ਕਿਹਾ, ਇਹ ਕੰਗਣ ਮੇਰੇ ਪਰਮ ਭਗਤ ਰਵਿਦਾਸ ਨੂੰ ਦੇ ਦੇਣਾ। ਪੰਡਿਤ ਦੇ ਮਨ ਵਿੱਚ ਭਾਪ ਆ ਗਿਆ। ਉਸਨੇ ਸੋਚਿਆ, ਇਸ ਗਰੀਬ ਰਵਿਦਾਸ ਨੂੰ ਇਸ ਕੀਮਤੀ ਕੰਗਣ ਦੀ ਕੀ ਲੋੜ? ਮੈਂ ਕੰਗਣ ਰਾਜੇ ਨੂੰ ਦੇ ਕੇ ਬਹੁਤ ਸਾਰਾ ਧਨ ਕਮਾ ਲਵਾਂਗਾ। ਪੰਡਿਤ ਨੇ ਉਹ ਕੰਗਣ ਰਾਜੇ ਨੂੰ ਭੇਟ ਕਰ ਦਿੱਤਾ। ਰਾਣੀ ਉਸ ਸੁੰਦਰ ਕੰਗਣ ਨੂੰ ਦੇਖ ਕੇ ਬਹੁਤ ਖੁਸ਼ ਹੋਈ, ਪਰ ਉਸਨੇ ਕਿਹਾ, ਮੈਨੂੰ ਦੂਜੇ ਹੱਥ ਲਈ ਵੀ ਬਿਲਕੁਲ ਅਜਿਹਾ ਹੀ ਕੰਗਣ ਚਾਹੀਦਾ ਹੈ, ਨਹੀਂ ਤਾਂ ਮੈਂ ਪ੍ਰਾਣ ਤਿਆਗ ਦੇਵਾਂਗੀ। ਰਾਜੇ ਨੇ ਪੰਡਿਤ ਨੂੰ ਹੁਕਮ ਦਿੱਤਾ, ਜੇਕਰ ਦੂਜਾ ਕੰਗਣ ਨਾ ਲਿਆਇਆ ਤਾਂ ਤੈਨੂੰ ਫਾਂਸੀ ਦੇ ਦਿੱਤੀ ਜਾਵੇਗੀ। ਹੁਣ ਪੰਡਿਤ ਬਹੁਤ ਡਰ ਗਿਆ, ਕਿਉਂਕਿ ਦੂਜਾ ਕੰਗਣ ਤਾਂ ਸਿਰਫ ਮਾਂ ਗੰਗਾ ਹੀ ਦੇ ਸਕਦੀ ਸੀ। ਆਪਣੀ ਜਾਨ ਬਚਾਉਣ ਲਈ ਪੰਡਿਤ ਭੱਜਾ ਗੁਰੂ ਰਵਿਦਾਸ ਜੀ ਕੋਲ ਆਇਆ। ਉਸਨੇ ਰੋਂਦੇ ਹੋਏ ਆਪਣੀ ਸਾਰੀ ਗਲਤੀ ਮੰਨ ਲਈ ਅਤੇ ਮਾਫੀ ਮੰਗੀ। ਗੁਰੂ ਜੀ ਨੇ ਬੜੀ ਨਿਮਰਤਾ ਨਾਲ ਕਿਹਾ, ਪੰਡਿਤ ਜੀ, ਜੇਕਰ ਤੁਹਾਡਾ ਮਨ ਸਾਫ਼ ਹੈ ਤਾਂ ਗੰਗਾ ਕਿਤੇ ਦੂਰ ਨਹੀਂ, ਉਹ ਇੱਥੇ ਹੀ ਹੈ। ਮਨ ਚੰਗਾ ਤਾਂ ਕਠੌਤੀ ਮਹਿ ਗੰਗਾ। ਜਦੋਂ ਗੁਰੂ ਜੀ ਨੇ ਆਪਣੀ ਕਠੌਤੀ ਦੇ ਗੰਦਲੇ ਪਾਣੀ ਵਿੱਚ ਹੱਥ ਪਾਇਆ ਤਾਂ ਉੱਥੋਂ ਬਿਲਕੁਲ ਉਹੀ ਦੂਜਾ ਸੋਨੇ ਦਾ ਕੰਗਣ ਨਿਕਲ ਆਇਆ। ਪੰਡਿਤ ਇਹ ਦੇਖ ਕੇ ਹੈਰਾਨ ਰਹਿ ਗਿਆ ਅਤੇ ਉਸ ਦਾ ਹੰਕਾਰ ਚੂਰ-ਚੂਰ ਹੋ ਗਿਆ। ਪ੍ਰਮਾਤਮਾ ਕਿਸੇ ਜਾਤ-ਪਾਤ, ਪੈਸੇ ਜਾਂ ਦਿਖਾਵੇ ਨਾਲ ਨਹੀਂ ਮਿਲਦਾ। ਪ੍ਰਮਾਤਮਾ ਸਿਰਫ ਸਾਫ਼ ਮਨ, ਇਮਾਨਦਾਰੀ ਦੀ ਕਿਰਤ ਅਤੇ ਸੱਚੀ ਭਗਤੀ ਨਾਲ ਮਿਲਦਾ ਹੈ। ਗੁਰੂ ਰਵਿਦਾਸ ਜੀ ਦੀ ਮਹਿਮਾ ਅਤੇ ਉਹਨਾਂ ਦੀ ਸੱਚੀ ਭਗਤੀ ਦੀ ਚਰਚਾ ਪੂਰੀ ਕਾਸ਼ੀ ਨਗਰੀ ਵਿੱਚ ਫੈਲ ਚੁੱਕੀ ਸੀ, ਪਰ ਕੁਝ ਅਖਿਉਤੀ ਉੱਚ ਜਾਤੀ ਦੇ ਪੰਡਿਤਾਂ ਨੂੰ ਇੱਕ ਨਿਮਰ ਜਾਤ ਦੇ ਸੰਤ ਦੀ ਇਹ ਪ੍ਰਸਿੱਧੀ ਬਰਦਾਸ਼ਤ ਨਹੀਂ ਹੋ ਰਹੀ ਸੀ। ਉਸ ਦੌਰ ਵਿੱਚ ਸਮਾਜ ਵਿੱਚ ਜਾਤ-ਪਾਤ ਅਤੇ ਊਚ-ਨੀਚ ਦਾ ਬਹੁਤ ਹੰਕਾਰ ਸੀ। ਲੋਕ ਗੁਰੂ ਜੀ ਨੂੰ ਉਹਨਾਂ ਦੀ ਜਾਤ ਕਰਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ, ਪਰ ਗੁਰੂ ਜੀ ਸਭ ਨੂੰ ਇੱਕੋ ਪਰਮਾਤਮਾ ਦੇ ਬੱਚੇ ਮੰਨਦੇ ਸਨ। ਗੁਰੂ ਜੀ ਨੂੰ ਨੀਵਾਂ ਦਿਖਾਉਣ ਲਈ
ਉਹਨਾਂ ਪੰਡਤਾਂ ਨੇ ਕਾਸ਼ੀ ਦੇ ਰਾਜੇ ਕੋਲ ਜਾ ਕੇ ਸ਼ਿਕਾਇਤ ਕੀਤੀ। ਮਹਾਰਾਜ, ਇੱਕ ਨੀਵੀਂ ਜਾਤ ਦਾ ਇਨਸਾਨ ਸ਼ਾਸਤਰਾਂ ਦੀ ਗੱਲ ਕਰ ਰਿਹਾ ਹੈ ਅਤੇ ਲੋਕਾਂ ਨੂੰ ਭਟਕਾ ਰਿਹਾ ਹੈ। ਇਸ ਨਾਲ ਸਾਡਾ ਧਰਮ ਖਤਰੇ ਵਿੱਚ ਹੈ। ਰਾਜਾ ਧਰਮ ਸੰਕਟ ਵਿੱਚ ਪੈ ਗਿਆ। ਉਸਨੇ ਫੈਸਲਾ ਕੀਤਾ ਕਿ ਗੁਰੂ ਰਵਿਦਾਸ ਜੀ ਅਤੇ ਉਹਨਾਂ ਪੰਡਤਾਂ ਦੀ ਇੱਕ ਖੁੱਲੀ ਪ੍ਰੀਖਿਆ ਲਈ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਸੱਚਾ ਭਗਤ ਕੌਣ ਹੈ। ਪ੍ਰੀਖਿਆ ਦਾ ਦਿਨ ਆਇਆ। ਪੂਰੀ ਕਾਸ਼ੀ ਨਗਰੀ ਗੰਗਾ ਦੇ ਘਾਟ ਤੇ ਇਕੱਠੀ ਹੋ ਗਈ। ਸਭ ਦੇ ਮਨ ਵਿੱਚ ਇੱਕੋ ਸਵਾਲ ਸੀ ਕਿ ਅੱਜ ਕੀ ਹੋਵੇਗਾ। ਰਾਜੇ ਨੇ ਸ਼ਰਤ ਰੱਖੀ, ਦੋਵੇਂ ਧਿਰਾਂ ਆਪਣੇ-ਆਪਣੇ ਠਾਕੁਰ, ਪ੍ਰਭੂ ਦੀ ਮੂਰਤੀ ਜਾਂ ਪੱਥਰ ਨੂੰ ਗੰਗਾ ਨਦੀ ਵਿੱਚ ਪਾਉਣਗੇ। ਜਿਸ ਦਾ ਪੱਥਰ ਪਾਣੀ ਉੱਤੇ ਤੈਰ ਜਾਵੇਗਾ ਉਹੀ ਸੱਚਾ ਭਗਤ ਮੰਨਿਆ ਜਾਵੇਗਾ ਅਤੇ ਉਸੇ ਦੀ ਪੂਜਾ ਹੋਵੇਗੀ। ਪੰਡਿਤ ਬਹੁਤ ਖੁਸ਼ ਸਨ। ਉਹਨਾਂ ਨੇ ਸੋਚਿਆ ਕਿ ਅਸੀਂ ਤਾਂ ਦਿਨ ਰਾਤ ਮੰਤਰ ਪੜ੍ਹਦੇ ਹਾਂ, ਸਾਡਾ ਪੱਥਰ ਤਾਂ ਜ਼ਰੂਰ ਤੈਰੇਗਾ। ਪਰ ਇਹ ਰਵਿਦਾਸ ਜੋ ਚਮੜੇ ਦਾ ਕੰਮ ਕਰਦਾ ਹੈ, ਇਸ ਦਾ ਪੱਥਰ ਕਿਵੇਂ ਤੈਰ ਸਕਦਾ ਹੈ? ਪਹਿਲਾਂ ਪੰਡਤਾਂ ਦੀ ਵਾਰੀ ਆਈ। ਉਹਨਾਂ ਨੇ ਬੜੇ ਹੰਕਾਰ ਨਾਲ ਉੱਚੀ-ਉੱਚੀ ਸ਼ੰਖ ਵਜਾਏ, ਵੇਦਾਂ ਦੇ ਮੰਤਰ ਪੜ੍ਹੇ ਅਤੇ ਆਪਣੇ ਪੱਥਰ ਨੂੰ ਗੰਗਾ ਮਈਆ ਵਿੱਚ ਛੱਡ ਦਿੱਤਾ। ਪਰ ਅਫਸੋਸ, ਮੰਤਰਾਂ ਅਤੇ ਹੰਕਾਰ ਦਾ ਉਹ ਭਾਰੀ ਪੱਥਰ ਪਾਣੀ ਵਿੱਚ ਜਾਂਦੇ ਹੀ ਸਿੱਧਾ ਹੇਠਾਂ ਡੁੱਬ ਗਿਆ। ਪੰਡਤਾਂ ਦਾ ਸਾਰਾ ਹੰਕਾਰ ਮਿੱਟੀ ਵਿੱਚ ਮਿਲ ਗਿਆ। ਹੁਣ ਗੁਰੂ ਰਵਿਦਾਸ ਜੀ ਦੀ ਵਾਰੀ ਸੀ। ਲੋਕਾਂ ਦੇ ਸਾਹ ਰੁਕ ਗਏ ਸਨ। ਗੁਰੂ ਜੀ ਬਿਨਾਂ ਕਿਸੇ ਦਿਖਾਵੇ ਦੇ ਬੜੀ ਨਿਮਰਤਾ ਨਾਲ ਨਦੀ ਦੇ ਕਿਨਾਰੇ ਪਹੁੰਚੇ। ਗੁਰੂ ਜੀ ਨੇ ਕੋਈ ਲੰਬੇ ਚੌੜੇ ਮੰਤਰ ਨਹੀਂ ਪੜ੍ਹੇ। ਉਹਨਾਂ ਨੇ ਸਿਰਫ ਆਪਣੇ ਸੱਚੇ ਮਨ ਨਾਲ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਪ੍ਰਮਾਤਮਾ, ਮੇਰੀ ਕੋਈ ਔਕਾਤ ਨਹੀਂ, ਪਰ ਅੱਜ ਤੇਰੇ ਇੱਕ ਗਰੀਬ ਸੇਵਕ ਦੀ ਲਾਜ ਤੇਰੇ ਹੱਥ ਹੈ। ਜਿਵੇਂ ਹੀ ਗੁਰੂ ਜੀ ਨੇ ਪੱਥਰ ਨੂੰ ਗੰਗਾ ਦੇ ਪਾਣੀ ਵਿੱਚ ਰੱਖਿਆ, ਉੱਥੇ ਇੱਕ ਅਦਭੁਤ ਕੌਤਕ ਹੋਇਆ। ਉਹ ਭਾਰੀ ਪੱਥਰ ਪਾਣੀ ਵਿੱਚ ਡੁੱਬਣ ਦੀ ਬਜਾਏ ਲੱਕੜ ਦੇ ਟੁਕੜੇ ਵਾਂਗ ਉੱਪਰ ਤੈਰਨ ਲੱਗ ਪਿਆ। ਇਹ ਦੇਖ ਕੇ ਉੱਥੇ ਖੜੇ ਹਜ਼ਾਰਾਂ ਲੋਕਾਂ ਨੇ ਗੁਰੂ ਰਵਿਦਾਸ ਜੀ ਦੀ ਜੈ ਜੈਕਾਰ ਕਰਨੀ ਸ਼ੁਰੂ ਕਰ ਦਿੱਤੀ। ਪੰਡਤਾਂ ਨੂੰ ਸਮਝ ਆ ਗਿਆ ਖੁਦ ਆਪਣੇ ਸਿੰਘਾਸਨ ਤੋਂ ਉੱਠ ਕੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਇੱਕ ਦਿਨ ਮਹਿਲ ਵਿੱਚ ਆਏ ਕੁਝ ਸੰਤਾਂ ਕੋਲੋਂ ਮੀਰਾ ਨੇ ਕਾਸ਼ੀ ਦੇ ਮਹਾਨ ਸੰਤ ਗੁਰੂ ਰਵਿਦਾਸ ਜੀ ਦੀ ਮਹਿਮਾ ਸੁਣੀ। ਉਹਨਾਂ ਦੀ ਨਿਰਮਲ ਬਾਣੀ ਅਤੇ ਸੱਚੀ ਭਗਤੀ ਬਾਰੇ ਸੁਣ ਕੇ ਮੀਰਾ ਦੇ ਮਨ ਵਿੱਚ ਗੁਰੂ ਜੀ ਨੂੰ ਮਿਲਣ ਦੀ ਤੜਫ ਪੈਦਾ ਹੋ ਗਈ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਮੀਰਾ ਬਾਈ ਨੇ ਸਾਰੇ ਰਾਜ-ਭਾਗ ਦੇ ਸੁੱਖ ਛੱਡ ਦਿੱਤੇ ਅਤੇ ਆਪਣੇ ਸੱਚੇ ਗੁਰੂ ਦੇ ਦਰਸ਼ਨਾਂ ਲਈ ਕਾਸ਼ੀ ਨਗਰੀ ਵੱਲ ਤੁਰ ਪਈ। ਜਦੋਂ ਮੀਰਾ ਬਾਈ ਗੁਰੂ ਜੀ ਦੀ ਕੁੱਲੀ ਵਿੱਚ ਪਹੁੰਚੀ ਤਾਂ ਉਸਨੇ ਦੇਖਿਆ ਕਿ ਇੱਕ ਮਹਾਨ ਸੰਤ, ਜਿਸ ਦੇ ਚਿਹਰੇ ਤੇ ਰੱਬੀ ਨੂਰ ਹੈ, ਉਹ ਬੜੀ ਨਿਮਰਤਾ ਨਾਲ ਚਮੜੇ ਦਾ ਕੰਮ ਕਰ ਰਹੇ ਹਨ। ਮਹਿਲਾਂ ਦੀ ਰਾਣੀ ਮੀਰਾ ਨੇ ਜਾਤ-ਪਾਤ ਦੇ ਸਾਰੇ ਬੰਧਨ ਤੋੜ ਦਿੱਤੇ ਅਤੇ ਗੁਰੂ ਰਵਿਦਾਸ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ। ਉਸਨੇ ਰੋਂਦੇ ਹੋਏ ਕਿਹਾ, ਗੁਰੂਦੇਵ, ਮੈਨੂੰ ਆਪਣੀ ਸ਼ਰਨ ਵਿੱਚ ਲੈ ਲਓ। ਗੁਰੂ ਰਵਿਦਾਸ ਜੀ ਨੇ ਮੀਰਾ ਦੀ ਪ੍ਰੀਖਿਆ ਲੈਂਦੇ ਹੋਏ ਕਿਹਾ, ਹੇ ਪੁੱਤਰੀ, ਤੂੰ ਮਹਿਲਾਂ ਦੀ ਰਾਣੀ ਹੈ ਅਤੇ ਮੈਂ ਇੱਕ ਸਧਾਰਨ ਗਰੀਬ ਇਨਸਾਨ। ਸਮਾਜ ਕੀ ਕਹੇਗਾ? ਮੀਰਾ ਨੇ ਜਵਾਬ ਦਿੱਤਾ, ਗੁਰੂਦੇਵ, ਆਤਮਾ ਦੀ ਕੋਈ ਜਾਤ ਨਹੀਂ ਹੁੰਦੀ। ਮੀਰਾ ਦੀ ਸੱਚੀ ਲਗਨ ਦੇਖ ਕੇ ਗੁਰੂ ਰਵਿਦਾਸ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਮੀਰਾ ਨੂੰ ਆਪਣੀ ਚੇਲੀ ਸ਼ਿਸ਼ ਸਵੀਕਾਰ ਕਰ ਲਿਆ ਅਤੇ ਉਸ ਨੂੰ ਨਾਮ ਦੀ ਦਾਤ ਬਖਸ਼ੀ। ਇਸ ਪਲ ਮੀਰਾ ਦਾ ਮਨ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ। ਗੁਰੂ ਮਿਲਣ ਦੀ ਖੁਸ਼ੀ ਵਿੱਚ ਮੀਰਾਬਾਈ ਝੂਮ ਉੱਠੀ। ਉਸਨੇ ਆਪਣੇ ਭਜਨਾਂ ਵਿੱਚ ਖੁਦ ਲਿਖਿਆ, ਗੁਰੂ ਮਿਲਿਆ ਰਵਿਦਾਸ ਜੀ, ਦੀਨੀ ਗਿਆਨ ਕੀ ਗੁਟਕੀ। ਭਾਵ, ਮੈਨੂੰ ਗੁਰੂ ਰਵਿਦਾਸ ਜੀ ਮਿਲੇ ਹਨ, ਜਿਨ੍ਹਾਂ ਨੇ ਮੈਨੂੰ ਗਿਆਨ ਦੀ ਦਾਤ ਦਿੱਤੀ ਹੈ। ਜਦੋਂ ਮੀਰਾ ਚਿਤੌੜ ਵਾਪਸ ਪਰਤੀ ਤਾਂ ਰਾਜ ਪਰਿਵਾਰ ਨੇ ਉਸ ਦਾ ਬਹੁਤ ਵਿਰੋਧ ਕੀਤਾ। ਉਹਨਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਹਨਾਂ ਦੀ ਬਹੂ ਨੇ ਇੱਕ ਨਿਮਰ ਜਾਤ ਦੇ ਸੰਤ ਨੂੰ ਆਪਣਾ ਗੁਰੂ ਬਣਾਇਆ ਹੈ।
ਮੀਰਾ ਨੂੰ ਜਾਨੋਂ ਮਾਰਨ ਲਈ ਰਾਣਾ ਨੇ ਇੱਕ ਸਾਜ਼ਿਸ਼ ਰਚੀ। ਉਸਨੇ ਮੀਰਾ ਲਈ ਚਰਨਾਮ੍ਰਿਤ ਕਹਿ ਕੇ ਜ਼ਹਿਰ ਦਾ ਪਿਆਲਾ ਭੇਜਿਆ ਅਤੇ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਉਸ ਜ਼ਹਿਰ ਦੇ ਪਿਆਲੇ ਨੂੰ ਹੱਸਦੇ-ਹੱਸਦੇ ਪੀ ਲਿਆ। ਉੱਥੇ ਇੱਕ ਮਹਾਨ ਚਮਤਕਾਰ ਹੋਇਆ। ਗੁਰੂ ਦੀ ਕਿਰਪਾ ਸਦਕਾ ਉਹ ਘਾਤਕ ਜ਼ਹਿਰ ਵੀ ਮੀਰਾ ਲਈ ਅੰਮ੍ਰਿਤ ਬਣ ਗਿਆ। ਮੀਰਾ ਨੂੰ ਇੱਕ ਖਰੋਚ ਤੱਕ ਨਾ ਆਈ। ਇਹ ਦੇਖ ਕੇ ਸਾਰਾ ਮੇਵਾੜ ਹੈਰਾਨ ਰਹਿ ਗਿਆ। ਇਸ ਘਟਨਾ ਤੋਂ ਬਾਅਦ ਮੀਰਾ ਦਾ ਵਿਸ਼ਵਾਸ ਹੋਰ ਪੱਕਾ ਹੋ ਗਿਆ। ਉਸਨੇ ਖੁੱਲ੍ਹੇਆਮ ਗਾਇਆ, ਖੋਜਤ ਫਿਰੂੰ ਭੇਦ ਨਹੀਂ ਪਾਇਆ, ਗੁਰੂ ਰਵਿਦਾਸ ਮਿਲੇ ਸੁਖਦਾਈ। ਮੀਰਾ ਮਹਿਲ ਛੱਡ ਕੇ ਆਈ, ਗੁਰੂ ਰਵਿਦਾਸ ਦੀ ਸ਼ਰਨ ਵਿੱਚ ਆਈ। ਪੰਡਤ ਨੇ ਜ਼ਹਿਰ ਦਾ ਕੱਪ ਪਠਾਇਆ, ਗੁਰੂ ਦੇ ਨਾਮ ਨੇ ਅੰਮ੍ਰਿਤ ਬਣਾਇਆ। ਮੀਰਾ ਨੱਚਦੀ ਭਜਨ ਗਾਉਂਦੀ, ਗੁਰੂ ਦੀ ਮਹਿਮਾ ਜਗ ਨੂੰ ਸੁਣਾਉਂਦੀ। ਧੰਨ ਗੁਰੂ ਰਵਿਦਾਸ ਜੀ, ਧੰਨ ਗੁਰੂ ਰਵਿਦਾਸ ਜੀ, ਧੰਨ ਗੁਰੂ ਰਵਿਦਾਸ ਜੀ, ਧੰਨ ਗੁਰੂ ਰਵਿਦਾਸ ਜੀ। ਸੱਚਾ ਗਿਆਨ ਅਤੇ ਭਗਤੀ ਕਿਸੇ ਜਾਤ, ਪਾਤ, ਅਮੀਰੀ ਜਾਂ ਗਰੀਬੀ ਦੇ ਮੁਹਤਾਜ ਨਹੀਂ ਹੁੰਦੇ। ਜੇਕਰ ਚੇਲੇ ਦੇ ਮਨ ਵਿੱਚ ਸੱਚੀ ਲਗਨ ਹੋਵੇ ਤਾਂ ਗੁਰੂ ਦੀ ਕਿਰਪਾ ਹਰ ਮੁਸ਼ਕਿਲ ਜ਼ਹਿਰ ਨੂੰ ਵੀ ਅੰਮ੍ਰਿਤ ਵਿੱਚ ਬਦਲ ਦਿੰਦੀ ਹੈ। ਜੇਕਰ ਤੁਹਾਨੂੰ ਗੁਰੂ ਰਵਿਦਾਸ ਜੀ ਅਤੇ ਮੀਰਾ ਬਾਈ ਦੇ ਇਸ ਰੂਹਾਨੀ ਰਿਸ਼ਤੇ ਦੀ ਕਹਾਣੀ ਪ੍ਰੇਰਨਾਦਾਇਕ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਕਮੈਂਟ ਵਿੱਚ ਧੰਨ ਗੁਰੂ ਰਵਿਦਾਸ ਜੀ ਲਿਖਣਾ ਨਾ ਭੁੱਲਣਾ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।